ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਸ ਸੁੰਦਰ ਧਰਮਸ਼ਾਲਾ ਦੇ ਵਿੱਚ ਬਿਠਾਇਆ ਗਿਆ। ਚਾਰੇ ਪਾਸੇ ਸਤਿਗੁਰੂ ਦੀ ਜੈ ਜੈਕਾਰ ਹੋਈ। ਸਾਰੇ ਹੀ ਨਗਰ ਦੇ ਲੋਕ ਜਿਹੜੇ ਸਨ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਬਣ ਗਏ। ਜਦੋਂ ਰਾਜਾ ਹੀ ਸਤਿਗੁਰੂ ਦਾ ਸਿੱਖ ਬਣ ਗਿਆ ਤੇ ਜਿਹੜੇ ਮਗਰ ਬਾਕੀ ਬਚਦੇ ਸੀ ਉਹਨਾਂ ਨੇ ਤੇ ਆਪੇ ਸਤਿਗੁਰੂ ਦੇ ਸਿੱਖ ਬਣਨਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਧਰਮਸ਼ਾਲਾ ਵਿੱਚ ਬਿਰਾਜਮਾਨ ਹੋਏ। ਫਿਰ ਉਸ ਧਰਮਸ਼ਾਲਾ ਦੇ ਵਿੱਚ ਹਰ ਰੋਜ਼ ਇਲਾਹੀ ਬਾਣੀ ਦਾ ਕੀਰਤਨ ਹੁੰਦਾ, ਸ਼ਬਦ ਦੀ ਵਿਚਾਰ ਹੁੰਦੀ, ਗੁਰੂ ਕਾ ਲੰਗਰ ਚੱਲਦਾ। ਔਰ ਅੱਜ ਕੱਲ੍ਹ ਜਿਸ ਸਥਾਨ ਨੂੰ ਆਪਾਂ ਗੁਰਦੁਆਰਾ ਗੁਰੂ ਘਰ ਆਖਦੇ ਹਾਂ, ਪਹਿਲਾਂ ਗੁਰਦੁਆਰੇ ਨੂੰ ਧਰਮਸ਼ਾਲ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ। ਅੱਜ ਵੀ ਗੁਰਦੁਆਰਾ ਸਾਹਿਬ ਦਾ ਨਿਯਮ ਮਰਿਆਦਾ ਇਹੀ ਹੈ, ਜਿੱਥੇ ਭੁੱਖੇ ਨੂੰ ਲੰਗਰ ਦੀ ਪ੍ਰਾਪਤੀ ਹੁੰਦੀ ਹੋਵੇ, ਰੋਗੀ ਨੂੰ ਦਵਾਈ ਦੀ ਪ੍ਰਾਪਤੀ ਹੁੰਦੀ ਹੋਵੇ, ਜਿੱਥੇ ਉੱਚੀ ਸਥਾਨ ਦੇ ਉੱਪਰ ਸ਼੍ਰੀ ਨਿਸ਼ਾਨ ਸਾਹਿਬ ਸੋਭਦਾ ਹੋਵੇ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ, ਸਵੇਰੇ ਸ਼ਾਮ ਸੰਗਤ ਸੱਜਦੀ ਹੋਵੇ, ਉਸ ਨੂੰ ਗੁਰਦੁਆਰਾ ਗੁਰੂ ਘਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਨਾਲ ਉਦੋਂ ਧਰਮਸ਼ਾਲ ਕਿਹਾ ਜਾਂਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਦੇ ਨਾਲ ਧਰਮਸ਼ਾਲ ਬਣ ਗਈ। ਰਾਜਾ ਸ਼ਿਵਨਾਭ ਵੀ ਸਵੇਰੇ ਸ਼ਾਮ ਆਣ ਕੇ ਧਰਮਸ਼ਾਲਾ ਵਿੱਚ ਬੈਠਣ ਲੱਗ ਗਿਆ। ਫਿਰ ਇੱਥੇ ਹੀ ਬਸ ਨਹੀਂ, ਫਿਰ ਨਾਲ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਬਚਨ ਬਲਾਸ ਵੀ ਹੁੰਦੇ। ਫਿਰ ਸਤਿਗੁਰੂ ਨੇ ਇੱਕ ਦਿਨ ਕਹਿ ਦਿੱਤਾ ਕਿ ਹੁਣ ਅਸੀਂ ਅੱਗੇ ਜਾ ਰਹੇ ਹਾਂ। ਰਾਜਾ ਜੋ ਸੀ ਕਹਿਣ ਲੱਗਿਆ, ਮਹਾਰਾਜ ਤੁਹਾਡੇ ਨਾਲੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਤੂੰ ਸਾਡੇ ਸਰੀਰ ਨਾਲ ਜੁੜਨ ਦੀ ਬਜਾਏ ਤੂੰ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰੇ ਤੇ ਕਦੇ ਵਿਛੋੜਾ ਨਹੀਂ ਪਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਜੇ ਸ਼ਿਵਨਾਭ ਨੂੰ ਵੀ ਸ਼ਬਦ ਦਾ ਉਪਦੇਸ਼ ਦੇ ਕੇ ਤਾਰਿਆ। ਫਿਰ ਰਾਜਾ ਸ਼ਿਵਨਾਭ ਜਿਹੜਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਦਾ ਹੈ। ਮਹਾਰਾਜ ਫਿਰ ਉਸ ਅਸਥਾਨ ਤੋਂ ਅੱਗੇ ਨੂੰ ਚਾਲਾ ਪਾਉਂਦੇ ਹੈ। ਵੱਖ ਵੱਖ ਥਾਵਾਂ ਦੇ ਉੱਪਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਹੈ। ਨਾਲੇ ਸਤਿਗੁਰੂ ਸੰਸਾਰ ਨੂੰ ਤਾਰਦੇ ਪਏ ਸਨ। ਇਸ ਤੋਂ ਅਗਲੇਰੇ ਇਤਿਹਾਸ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਜੋ ਦਰਸਾ ਰਹੇ ਹਨ, ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਇਸ ਲਈ ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ। ਆਗੇ ਗਮਨੇ ਸ੍ਰੀ ਗੁਰ ਪੂਰੇ, ਨੀਂਦਾ ਸੁਣਜੇ ਗਤ ਰੂਰੇ। ਕਵੀ ਸੰਤੋਖ ਸਿੰਘ ਜੀ ਆਖ ਰਹੇ ਹਨ, ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਅਗਲੇ ਰਸਤੇ 'ਤੇ ਤੁਰ ਪੈਂਦੇ ਨੇ। ਭਾਵ ਰਾਜੇ ਸ਼ਿਵਨਾਭ ਨੂੰ ਤਾਰਨ ਤੋਂ ਬਾਅਦ ਸਤਿਗੁਰੂ ਅੱਗੇ ਤੁਰਦੇ। ਉਹਨਾਂ ਦੇ ਸੇਵਕ, ਉਹਨਾਂ ਦੇ ਸਾਥੀ ਵੀ ਨਾਲ ਚੱਲਦੇ ਪਏ ਸਨ। ਭਾਰਤਰੇ ਆਸ਼ਰਮ ਜਹਾਂ ਸੁਹਾਵਨ, ਤਹਾਂ ਜਾਏ ਪਹੁੰਚੇ ਜਸ ਪਾਵਨ। ਕਵੀ ਸੰਤੋਖ ਸਿੰਘ ਕਹਿੰਦੇ ਜਿੱਥੇ ਭਰਥਰੀ ਜੋਗੀ ਜਿਹੜਾ ਸੀ ਉਹਦਾ ਆਸ਼ਰਮ ਸੀ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਉਸ ਅਸਥਾਨ ਦੇ ਉੱਪਰ ਜਾ ਕੇ ਬਿਰਾਜਮਾਨ ਹੋ ਜਾਂਦੇ। ਇਤਿਹਾਸ ਦੇ ਵਿੱਚ ਦੋ ਭਰਥਰੀਆਂ ਦਾ ਜ਼ਿਕਰ ਆਉਂਦਾ ਹੈ। ਪਹਿਲਾ ਤਾਂ ਭਰਥਰ ਜਿਹੜਾ ਹੈ ਉਹ ਰਾਜਾ ਬਿਕਰਮਾ ਦੱਤ ਜਿਹੜਾ ਸੀ ਉਹਦਾ ਭਰਾ ਸੀ। ਔਰ ਇੱਕ ਦਿਨ ਉਹਦੇ ਮਨ ਅੰਦਰ ਇੱਦਾਂ ਦਾ ਵੈਰਾਗ ਆਇਆ, ਆਪਣਾ ਰਾਜ ਭਾਗ ਛੱਡ ਕੇ ਤੇ ਉਹ ਤਿਆਗੀ ਹੋ ਗਿਆ। ਉਹਨੇ ਬਹੁਤ ਸਾਰੇ ਗ੍ਰੰਥਾਂ ਦੀ ਰਚਨਾ ਵੀ ਕੀਤੀ। ਇਹ ਜਿਹੜਾ ਭਰਥਰ ਹੈ ਲਗਭਗ ਇਤਿਹਾਸ ਦੇ ਮੁਤਾਬਕ 11ਵੀਂ ਸਦੀ ਦੇ ਕਰੀਬ ਹੋਇਆ। ਔਰ ਇੱਕ ਭਰਥਰ ਜੋਗੀ ਉਹ ਹੈ ਜਿਸ ਦੀ ਵਿਚਾਰ ਚਰਚਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਹੋਈ। ਔਰ ਜਿਸ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਚਰਚਾ ਹੋਈ, ਸਤਿਗੁਰੂ
ਉਸ ਭਰਥਰ ਜੋਗੀ ਦੇ ਆਸ਼ਰਮ ਦੇ ਕੋਲ ਜਾ ਕੇ ਬਿਰਾਜਮਾਨ ਹੋ ਜਾਂਦੇ ਹਨ। ਜੇ ਮਾਨੇ ਕੇ ਸਗਰੋ ਦੇਸ਼ਾ ਤ੍ਰਿਆ ਰਾਜ ਪੁਨ ਅਪਰ ਨਰੇਸ਼ਾ। ਕਹਿੰਦੇ ਕਿ ਇਹ ਉਸੇ ਤਰ੍ਹਾਂ ਦੇ ਨਾਲ ਹੀ ਇੱਕ ਉਹ ਭਰਥਰ ਜੋਗੀ ਸੀ ਜਿਹੜਾ ਇਸਤਰੀਆਂ ਦੇ ਕਾਰਨਾਮੇ ਵੇਖਣ ਤੋਂ ਬਾਅਦ ਆਪਣੇ ਦੇਸ਼ ਨੂੰ ਛੱਡ ਕੇ, ਰਾਜ ਭਾਗ ਨੂੰ ਛੱਡ ਕੇ ਤੇ ਤਿਆਗੀ ਹੋ ਗਿਆ ਸੀ। ਪੂਜਕ ਹੋਤੇ ਸਰਬ ਨਰ ਨਾਰੀ, ਮਹਿਮਾ ਜੋਗਨ ਕੀ ਦੈ ਭਾਰੀ। ਜਿਹੜਾ ਭਰਥਰ ਜੋਗੀ ਸੀ, ਜਿੱਥੇ ਜਾ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਿਰਾਜਮਾਨ ਹੋਏ, ਸਾਰੇ ਲੋਕ ਜਿਹੜੇ ਸਨ ਇਸ ਜੋਗੀ ਦੀ ਪੂਜਾ ਕਰਦੇ ਸੀ, ਮਹਿਮਾ ਕਰਦੇ ਸੀ, ਇਹਦੀ ਇੱਜ਼ਤ ਹੁੰਦੀ ਸੀ ਚਾਰੇ ਪਾਸੇ। ਬਹੁਤ ਸਾਰੇ ਲੋਕ ਇਹਦੀ ਮਹਿਮਾ ਕਰਿਆ ਕਰਦੇ ਸੀ। ਜੇ ਆਸਰਮ ਕੇ ਜਾਏ ਸਮੀਪਾ, ਬੈਸ ਗਏ ਬੇਦੀ ਕੁਲਦੀਪਾ। ਗੁਰੂ ਨਾਨਕ ਸਾਹਿਬ ਮਹਾਰਾਜ ਉਸ ਭਰਥਰ ਜੋਗੀ ਦੇ ਆਸ਼ਰਮ ਦੇ ਕੋਲ ਜਾ ਕੇ ਸਤਿਗੁਰੂ ਬੈਠ ਜਾਂਦੇ ਹਨ। ਏਕਤ ਕਾਜ ਵਹਿਰ ਕੀ ਨਿਕਲਾ ਨਿਕਸਾ, ਦੇਖੋ ਮੁਖ ਪੰਕਜ ਸਮ ਵਿਕਸਾ। ਕਵੀ ਸੰਤੋਖ ਸਿੰਘ ਕਹਿੰਦੇ ਕਿ ਭਰਥਰ ਜੋਗੀ ਜਿਹੜਾ ਉਸ ਵਕਤ ਕਿਸੇ ਕੰਮ ਵਾਸਤੇ ਬਾਹਰ ਗਿਆ ਹੋਇਆ ਸੀ, ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸਨ ਉਹਦੇ ਉਸ ਆਸ਼ਰਮ ਦੇ ਨੇੜੇ ਜਾ ਕੇ ਬਿਰਾਜਮਾਨ ਹੋਏ ਸਨ। ਮਸਤਕ ਆਜਤ ਲੋਚ ਦੇਖਤੀ ਤਦਪਤ ਪ੍ਰਕਾਸ਼ਾ, ਧਰਿਓ ਸੂ ਮਨੋ ਸੁਖ ਰਾਸਾ। ਇੰਨਾ ਚਿਰ ਨੂੰ ਭਰਥਰ ਜੋਗੀ ਜਿਹੜਾ ਸੀ ਉਹ ਵੀ ਬਾਹਰੋਂ ਆ ਜਾਂਦਾ ਹੈ। ਉਹਨੇ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤੱਕਿਆ। ਸਤਿਗੁਰੂ ਦੇ ਸੁੰਦਰ ਨੈਣ, ਚਮਕਦਾ ਹੋਇਆ ਮੱਥਾ। ਜਦੋਂ ਭਰਥਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੇਖਦਾ ਹੈ ਨਾ, ਇਉਂ ਲੱਗਦਾ ਹੈ ਜਿਵੇਂ ਸਾਰੇ ਸੁੱਖਾਂ ਦਾ ਖਜ਼ਾਨਾ ਇੱਥੇ ਬਿਰਾਜਮਾਨ ਹੋਵੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਰਮਾਤਮਾ ਦਾ ਸਰੂਪ ਉਹਨੂੰ ਨਜ਼ਰ ਆ ਰਹੇ ਸਨ। ਸਤਿਗੁਰੂ ਦਾ ਸੁੰਦਰ ਮਸਤਕ ਜਿਹੜਾ ਸੀ, ਸਤਿਗੁਰੂ ਦੇ ਸੁੰਦਰ ਨੇਤਰ ਸੀ, ਗਿਆਨ ਜਿਹੜਾ ਸੀ ਉਹ ਦਗ ਦਗ ਜਿਹੜਾ ਕਰਦਾ ਪਿਆ ਸੀ। ਮਹਾਰਾਜ ਇਸ ਸੰਸਾਰ ਨੂੰ ਤਾਰਨ ਵਾਸਤੇ ਪ੍ਰਗਟ ਹੋਏ ਸਨ। ਜਦੋਂ ਭਰਥਰ ਜੋਗੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਵੇਖਿਆ ਤਾਂ ਕੋਲ ਆਣ ਕੇ ਆਖਦਾ ਹੈ, ਆਏ ਨਿਕਟ ਮੁਖ ਬਚਨ ਬਖਾਨਾ, ਕੌਮ ਦੇਸ਼ ਕੇ ਕਹੋ ਪਿਆਨਾ। ਕੋਲ ਆਣ ਕੇ ਕਹਿਣ ਲੱਗਿਆ, ਕਹਿੰਦਾ ਕਿ ਦੱਸੋ ਹਾਂ ਤੁਹਾਡਾ ਦੇਸ਼ ਕਿਹੜਾ ਹੈ, ਤੁਸੀਂ ਕਿੱਥੋਂ ਆਏ ਹੋ, ਤੁਸੀਂ ਕਿੱਥੇ ਜਾਣਾ ਹੈ। ਆਹ ਜਿਹੜਾ ਤੁਸੀਂ ਪਹਿਰਾਵਾ ਪਹਿਨਿਆ ਨਾ, ਇਹ ਪਹਿਰਾਵਾ ਲੱਗਦਾ ਨਹੀਂ ਹੈ ਕਿ ਇਸ ਜਿੱਥੇ ਮੈਂ ਰਹਿਣਾ ਮੇਰੇ ਦੇਸ਼ ਦਾ ਪਹਿਰਾਵਾ ਹੋਏਗਾ, ਇਹ ਬਾਹਰਲਾ ਕੋਈ ਪਹਿਰਾਵਾ ਹੈ। ਇਸ ਕਰਕੇ ਤੁਹਾਡਾ ਦੇਸ਼ ਕਿਹੜਾ ਹੈ। ਦਸਨਾ ਕਰੋ ਹਾਂ ਭਲਾ ਤੁਹਾਡਾ ਨਾਮ ਕੀ ਹੈ, ਤੁਹਾਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਔਰ ਤੁਸੀਂ ਕਿਸ ਸਥਾਨ ਤੋਂ ਆਏ, ਕਿੱਥੇ ਜਾਣਾ ਹੈ। ਸ਼੍ਰੀ ਅੰਗਦ ਗੁਣ ਖਾਨੀ, ਗੁਰ ਰੁਖ ਦੇਖ ਕਹੀ ਮੈਂ ਬਾਨੀ। ਕਹਿਣ ਲੱਗੇ ਫਿਰ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਬੈਠੇ ਸਨ ਜਿਹੜੇ ਸਿੱਖ ਮਰਦਾਨਾ ਜੀ, ਬਾਲਾ ਜੀ। ਉਹ ਕਹਿਣ ਲੱਗੇ, ਕਹਿੰਦੇ ਉਸੇ ਵੇਲੇ ਉਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਸਤਿਗੁਰੂ ਦੇ ਜਿਹੜੇ ਬਾਰੇ, ਸਤਿਗੁਰੂ ਦੀ ਸਿਫਤੋ ਸਲਾਹ ਦੇ ਬਾਰੇ ਬਚਨ ਜਿਹੜੇ ਆਪਣੇ ਮੁਖ ਤੋਂ ਕਹੇ ਹਨ। ਪੰਜਾਬ ਸੁਦੂਰ ਹਮਾਰਾ, ਸ਼੍ਰੀ ਨਾਨਕ ਗੁਰੂ ਉਦਾਰਾ। ਕਹਿਣ ਲੱਗੇ ਕਿ ਸਾਡਾ ਦੇਸ਼ ਪੰਜਾਬ ਹੈ ਔਰ ਅਸੀਂ ਬਹੁਤ ਦੂਰ ਤੋਂ ਆਏ ਹਾਂ। ਇਹ ਜਿਹੜੇ ਬੈਠੇ ਹੋਏ ਹਨ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਹਨ। ਇਹ ਗੁਣਾਂ ਦੇ ਖਜ਼ਾਨੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ। ਉਸ ਵਕਤ ਇਹ ਜਿਹੜਾ ਪੰਜਾਬ ਹੈ ਸੱਚਮੁੱਚ ਇੱਕ ਦੇਸ਼ ਦੀ ਤਰ੍ਹਾਂ ਹੀ ਸੀ। ਇਹਦਾ ਬਾਕੀ ਕਿਸੇ ਵੀ ਤਖਤ ਦੇ ਨਾਲ ਕੋਈ ਸੰਬੰਧ ਨਹੀਂ, ਆਜ਼ਾਦ ਸੀ ਔਰ ਇਹਨੂੰ ਦੇਸ਼ ਕਿਹਾ ਜਾਂਦਾ ਸੀ। ਸਹਿਜੇ ਸਹਿਜੇ ਇਹਨੂੰ ਇੱਕ ਰਾਜ ਬਣਾਤਾ। ਰਾਜ ਤੋਂ ਬਾਅਦ ਕੱਟ ਵੱਢ ਕੇ ਨਿੱਕੇ ਜਿਹੇ ਇੱਕ ਸੂਬੇ ਦੇ ਵਿੱਚ ਲਿਆ ਕੇ ਇਹਨੂੰ ਖੜਾ ਕਰ ਦਿੱਤਾ। ਜਿਸ ਵਕਤ ਅੰਗਰੇਜ਼ ਦੇ ਨਾਲ ਜੰਗ ਹੁੰਦੀ ਹੈ ਤੇ ਉੱਥੇ ਵੀ ਸ਼ਾਹ ਮੁਹੰਮਦ ਨੇ ਇਹਨੂੰ ਦੇਸ਼ ਹੀ ਲਿਖਿਆ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ
ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੇਵਕਾਂ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਆਏ ਹਾਂ ਔਰ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਸਾਰੇ ਸੁੱਖਾਂ ਦਾ ਘਰ, ਸੁੱਖਾਂ ਦਾ ਖਜ਼ਾਨਾ ਹੈ। ਹਮ ਸੇਵਕ ਸੁਖ ਹੇਤ ਸਦਾਈ, ਰਹੇ ਸੰਗਿਨ ਕਰਨਾ ਪਾਈ। ਕਹਿੰਦੇ ਅਸੀਂ ਇਹਨਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੇਵਕ ਹਾਂ, ਹਮੇਸ਼ਾ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਰਹਿੰਦੇ ਹਾਂ। ਦੇਖਣ ਦੇਖਣ ਕਰਨ ਰਹਾਲਾ, ਵਿਚਰਤੇ ਅਵਨੀ ਵਿਚਰ ਕਿਰਪਾਲਾ। ਕਹਿੰਦੇ ਅਸੀਂ ਦੂਰ ਦੂਰ ਤੱਕ ਦੇਸ਼ਾਂ ਨੂੰ, ਲੋਕਾਂ ਨੂੰ ਵੇਖਣ ਵਾਸਤੇ ਆਏ ਹਾਂ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਧਰਤੀ ਨੂੰ ਤਾਰਨ ਵਾਸਤੇ ਥਾਂ ਥਾਂ ਦੇ ਉੱਪਰ ਵਿਚਰਦੇ ਪਏ ਹਨ। ਬੰਦੇ ਪਰ ਬੇਦੀ ਕੁਲ ਕਲਸਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਸੁਣ ਕੇ ਭਰਥਰ ਜੋਗੀ ਜਿਹੜਾ ਆਨੰਦ ਦੇ ਨਾਲ ਭਰ ਗਿਆ, ਉਹਨੇ ਹੱਥ ਜੋੜੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗਾ ਹੈ, ਕਹੀ ਕਿ ਧੰਨ ਭਾਗ ਹਮ ਆਗੂ, ਜਾਤੇ ਪਾਤੋ ਮਿਲਨ ਸੁਭਾਗੋ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗਿਆ, ਕਹਿੰਦਾ ਮਹਾਰਾਜ ਮੇਰੇ ਧੰਨ ਭਾਗ ਹਨ, ਮੈਂ ਆਪ ਜੀ ਦੇ ਕੋਲ ਆਣ ਕੇ ਮੈਨੂੰ ਬੈਠਣ ਦਾ ਮੌਕਾ ਮਿਲਿਆ, ਤੁਸੀਂ ਆਣ ਕੇ ਮੈਨੂੰ ਕਿਰਪਾ ਕਰਕੇ ਦਰਸ਼ਨ ਜਿਹੜੇ ਹੈ ਉਹ ਬਖਸ਼ਿਸ਼ ਕਰ ਦੇਣਾ ਕੀਤੇ ਹਨ, ਇਸ ਕਰਕੇ ਮੈਂ ਧੰਤਾ ਦੇ ਯੋਗ ਹੋ ਗਿਆ ਹਾਂ। ਨਿਰੰਕਾਰ ਕੀ ਕਰਤ ਉਡੀਕਾ, ਪਿਓ ਮਨੋਰ ਪੂਰਨ ਜੀ ਕਾ। ਭਰਥਰ ਜੋਗੀ ਕਹਿਣ ਲੱਗਿਆ, ਪਤਾ ਨਹੀਂ ਕਿੰਨੇ ਲੰਮੇ ਸਮੇਂ ਤੋਂ ਮੈਂ ਤੁਹਾਡੀ ਉਡੀਕ ਕਰ ਰਿਹਾ ਸੀ, ਅੱਜ ਮੇਰਾ ਮਨੋਰਥ ਜਿਹੜਾ ਹੈ ਉਹ ਪੂਰਾ ਹੋ ਗਿਆ ਹੈ। ਇਸ ਪ੍ਰਕਾਰ ਸਭ ਸਾਧਨ ਮੈਂ ਫਲ ਕੇ ਪਾਵਾ, ਜੋ ਵਿਭਾਗ ਜੋ ਆਜ ਸੁਹਾਵਾ। ਕਹਿਣ ਲੱਗਿਆ ਕਿ ਮੈਂ ਸਾਧਨਾ ਕਰ ਕਰਕੇ ਫਲ ਦੀ ਪ੍ਰਾਪਤੀ ਕਰਨੀ ਚਾਹੁੰਦਾ ਹਾਂ, ਇਸ ਕਰਕੇ ਮੈਂ ਆਪ ਜੀ ਦੇ ਦਰਸ਼ਨਾਂ ਦੀ ਉਡੀਕ ਦੇ ਵਿੱਚ ਬੈਠਾ ਹੋਇਆ ਸੀ। ਆਸ ਕਹਿ ਕਾ ਬੈਠ ਸਮੀਪਾ, ਤਬੇ ਕੇ ਬੇਦੀ ਕੁਲ ਦੀਪਾ। ਇੰਨੀਆਂ ਗੱਲਾਂ ਕਰਕੇ ਭਰਥਰ ਜੋਗੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਬੈਠ ਗਿਆ, ਬੈਠ ਕੇ ਤੇ ਸਤਿਗੁਰੂ ਦੇ ਨਾਲ ਬਚਨ ਕਰਨ ਲੱਗਾ ਹੈ। ਸਤਿਗੁਰੂ ਕਹਿਣ ਲੱਗੇ, ਭਰਥਰ ਜੋਗੀ ਤੂੰ ਸਾਨੂੰ ਕਿਵੇਂ ਜਾਣਦਾ ਹੈ, ਤੂੰ ਸਾਡੀ ਉਡੀਕ ਜਿਹੜੀ ਉਹ ਕਿਵੇਂ ਕਰ ਰਿਹਾ ਸੀ, ਤੂੰ ਪਹਿਲਾਂ ਦੱਸਣਾ ਕਰਕੇ ਤੈਨੂੰ ਸਾਡੇ ਬਾਰੇ ਕਿਵੇਂ ਪਤਾ ਸੀ। ਇੰਨੀ ਗੱਲ ਸੁਣ ਕੇ ਭਰਥਰ ਜੋਗੀ ਕਹਿਣ ਲੱਗਿਆ, ਕਹਿੰਦਾ ਮਹਾਰਾਜ ਮੈਂ ਤੁਹਾਨੂੰ ਦੱਸਦਾ ਹਾਂ ਅਸਲ ਦੇ ਵਿੱਚ ਸਾਰਾ ਬਰਤਾਂਤ, ਅਸਲ ਵਿੱਚ ਸਾਰੀ ਦਾਸਤਾਨ ਕੀ ਹੈ। ਕਹਿੰਦਾ ਇੱਕ ਵਾਰੀ ਨਾਰਦ ਮੁਨੀ ਜਿਹੜਾ ਹੈ ਨਾ, ਉਹ ਮੁਨੀ ਮੈਨੂੰ ਮਿਲ ਪਿਆ ਸੀ। ਇਤਿਹਾਸ ਦੇ ਵਿੱਚ ਇੱਕ ਨਾਰਦ ਮੁਨੀ ਜਿਹੜਾ ਨਾ, ਉਹ ਸਨਾਤਨ ਧਰਮ ਦੇ ਵਿੱਚ ਬਾਰ-ਬਾਰ ਨਾਮ ਆਵੇਗਾ। ਵਿਦਵਾਨਾਂ ਦੀ ਵੱਖ-ਵੱਖ ਰਾਏ ਹੈ, ਕੁਝ ਉਹਨੂੰ ਸੱਚਮੁੱਚ ਇਤਿਹਾਸਕ ਪਾਤਰ ਮੰਨਦੇ ਹੈ, ਕੁਝ ਇੱਕ ਕਾਲਪਨਿਕ ਪਾਤਰ ਜਿਹੜਾ ਉਹਨੂੰ ਮੰਨਿਆ ਜਾਂਦਾ ਹੈ। ਕਹਿੰਦੇ ਕਿ ਮੈਨੂੰ ਨਾਰਦ ਮੁਨੀ ਜਿਹੜਾ ਹੈ ਨਾ, ਉਹ ਮਿਲਿਆ ਸੀ ਇੱਕ ਵਾਰੀ। ਕਹਿੰਦੇ ਕਿ ਉਹ ਭਗਤੀ ਦੇ ਵਿੱਚ ਰੰਗਿਆ ਹੋਇਆ ਸੀ, ਪ੍ਰੇਮ ਵਿੱਚ ਰੰਗੇ ਹੋਏ ਨੂੰ ਮੈਂ ਜਦੋਂ ਤੱਕਿਆ ਤੇ ਫਿਰ ਮੈਂ ਉਹਦੇ ਨਾਲ ਕੁਝ ਬਚਨ ਕੀਤੇ ਸੀ। ਭਰਥਰ ਜੋਗੀ ਕਹਿੰਦਾ ਕਿ ਮੈਂ ਉਸ ਨੂੰ ਨਮਸਕਾਰ ਕੀਤੀ ਤੇ ਨਮਸਕਾਰ ਕੀਤੀ, ਉਹਨੇ ਫਿਰ ਅੱਗੋਂ ਮੈਨੂੰ ਆਸ਼ੀਰਵਾਦ ਭਾਵ ਅਸੀਸ ਦਿੱਤੀ ਸੀ। ਮੈਂ ਬਲੋਕਰ ਬੰਧਨ ਕੀਨੀ ਹੈ ਕਿਰਪਾ, ਮੈਂ ਕਰਕੇ ਕੋ ਬਿਨੇ ਬਣਾਈ, ਕਛ ਪੂਰਨ ਤਿਸ ਗ੍ਰਹ ਲਾਈ। ਕਹਿੰਦੇ ਮੈਂ ਨਮਸਕਾਰ ਕਰਕੇ ਉਹਦੀ ਉਸਤਤ ਕਰਕੇ ਫਿਰ ਉਹਨੂੰ ਇੱਕ ਬੇਨਤੀ ਕੀਤੀ। ਮੈਂ ਕਿਹਾ ਕਿ ਮੈਂ ਤੁਹਾਡੇ ਕੋਲੋਂ ਕੁਝ ਜਾਣਨਾ ਚਾਹੁੰਦਾ ਹਾਂ। ਸੁਨਤੇ ਮੋਇ ਸੁਭਾਖਾ, ਜੇ ਕੋਈ ਤੁਮੇ ਪੂਰਨ ਬਲਾਖਾ। ਜਦੋਂ ਮੈਂ ਕੋਈ ਗੱਲ ਕਹੀ ਤੇ ਫਿਰ ਉਹਨਾਂ ਨੇ ਭਾਵ ਰਿਸ਼ੀ ਨੇ, ਨਾਰਦ ਜੀ ਨੇ ਕਹਿਣ ਲੱਗੇ ਕਿ ਸੁਣ ਕੇ ਮੇਰੀ ਗੱਲ ਤੇ ਅੱਗੋਂ ਕਹਿਣਾ ਕੀਤਾ ਕਿ ਹਾਂ ਤੂੰ ਕੁਝ ਜਾਣਨਾ ਚਾਹੁੰਦਾ ਹੈ, ਮੇਰੇ ਕੋਲੋਂ ਕੁਝ ਪੁੱਛਣਾ ਚਾਹੁੰਦਾ ਹੈ। ਬਤਾਵੇ ਕੀ ਜਗ ਜਾਈ, ਸੁਨਤ ਦੇਵ ਰਿਖ ਮੁਝ ਤੇ ਪਾਖਾ, ਜੋ ਕੋਈ ਤੁਮੇ ਪੂਰਨ ਅਭਲਾਖਾ। ਕਹਿਣ ਲੱਗੇ ਤੈਨੂੰ ਕੁਝ ਜਾਣਨ ਦੀ ਇੱਛਾ ਹੈ, ਜਿਹੜੀ ਵੀ ਤੇਰੇ ਜਾਣਨ ਦੀ ਇੱਛਾ ਹੈ ਨਾ ਉਹ ਤੂੰ ਦੱਸਣਾ ਕਰ। ਸਰਬ ਬਤਾਵੇ ਸੀ ਜਗ ਜਾਈ,
ਇੱਛਾ ਅਵਤਾਰ ਲੀਨ ਅਵਿਆਈ। ਉਸ ਵਕਤ ਭਰਥਰ ਜੋਗੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੱਸ ਰਿਹਾ ਸੀ, ਮਹਾਰਾਜ ਮੈਨੂੰ ਦੇਵ ਰਿਸ਼ੀ ਭਾਵ ਨਾਰਦ ਜੀ ਨੇ ਕਿਹਾ ਸੀ ਕਿ ਜੋ ਕੁਝ ਵੀ ਤੂੰ ਪੁੱਛਣਾ ਚਾਹੁੰਦਾ ਹੈ ਉਹ ਜਗਤ ਦੇ ਸਾਈਂ ਦੱਸਣਗੇ, ਜਿਹੜੇ ਧਰਤੀ ਦੇ ਉੱਪਰ ਆਪਣਾ ਪ੍ਰਕਾਸ਼ਮਾਨ ਹੋ ਚੁੱਕੇ ਹਨ। ਨਾਨਕ ਜੀ ਨਾਮ ਧਰਾਵੇ ਭਗਤ ਜਗਤ ਮੈਂ ਮਗ ਪਟਾਵੇ। ਕਹਿੰਦੇ ਉਹਨਾਂ ਦਾ ਨਾਮ ਨਾਨਕ ਹੈ, ਉਹ ਭਗਤੀ ਦਾ ਰਾਹ ਵਿਖਾਉਣ ਵਾਸਤੇ ਸੰਸਾਰ ਦੇ ਉੱਪਰ ਪ੍ਰਗਟ ਹੋਏ ਹਨ। ਖੰਡ ਪਖੰਡ ਬ੍ਰਹਮੰਡ ਮਝਾਰਾ ਉਪਦੇਸ਼ੀ ਸਤਨਾਮ ਸੁਖਾਰਾ। ਕਹਿੰਦੇ ਗੁਰੂ ਨਾਨਕ ਸਾਹਿਬ ਉਹ ਹਨ ਜਿਹੜੇ ਪਖੰਡ ਨੂੰ ਤੋੜ ਕੇ, ਭਰਮਾਂ ਨੂੰ ਤੋੜ ਕੇ ਸਾਰੇ ਸੰਸਾਰ ਨੂੰ ਸੁੱਖ ਦੇਣ ਵਾਲੇ ਹਨ। ਨੀ ਸਰਬ ਗੁਣ ਮੈਂ ਨਾਥਾ ਹੈ ਦਰਬਾਬੋ ਸਗਨ ਬਾਖਾ। ਕਹਿੰਦੇ ਸਾਰੇ ਸੰਸਾਰ ਨੂੰ ਸਤਨਾਮ ਦਾ ਉਪਦੇਸ਼ ਦਿੰਦੇ ਪਏ ਹਨ ਤੇ ਇੱਥੇ ਬਸ ਨਹੀਂ, ਉਹਨਾਂ ਨੇ ਵੱਡੇ ਵੱਡੇ ਸਿੱਧ ਜਿਹੜੇ ਹਨ ਉਹਨਾਂ ਦੇ ਨਾਲ ਵੀ ਚਰਚਾ ਕਰਕੇ ਉਹਨਾਂ ਨੂੰ ਵੀ ਸੱਚ ਦਾ ਰਸਤਾ ਜਿਹੜਾ ਹੈ ਨਾ ਉਹ ਦਿਖਾਉਣਾ ਹੈ। ਭਰਥਰ ਕਹਿ ਰਿਹਾ ਸੀ, ਸਤਿਗੁਰੂ ਮੈਨੂੰ ਕਹਿ ਗਏ ਸੀ ਨਾਰਦ ਜੀ ਤੂੰ ਇੱਥੇ ਥਾਂ ਦੇ ਉੱਪਰ ਬੈਠਾ ਰਵੇਂ, ਹਿਰਦੇ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਯਾਦ ਕਰਨਾ ਕਰੀਂ। ਕਹਿੰਦੇ ਤੇਰੇ ਮਨ ਦੀ ਇੱਕ ਦਿਨ ਇੱਛਾ ਪੂਰੀ ਹੋ ਜਾਵੇਗੀ, ਗੁਰੂ ਨਾਨਕ ਸਾਹਿਬ ਤੇਰੇ ਕੋਲ ਆਉਣਗੇ, ਜੋ ਤੂੰ ਪੁੱਛਣਾ ਹੋਇਆ ਉਹਨਾਂ ਨੂੰ ਪੁੱਛ ਲੈਣਾ ਕਰੀਂ। ਕਹਿੰਦਾ ਇਸ ਕਰਕੇ ਹੁਣ ਮੈਨੂੰ ਪਤਾ ਚੱਲਿਆ ਕਿ ਆਪ ਜੀ ਆਏ ਹੋ, ਤਾਂ ਕਰਕੇ ਮੈਂ ਇੱਥੇ ਬੈਠਾ ਹੋਇਆ ਆਪ ਜੀ ਨੂੰ ਉਡੀਕਦਾ ਪਿਆ ਸੀ। ਕਹਿੰਦਾ ਆਪ ਜੀ ਦੇ ਦਰਸ਼ਨ ਹੋ ਗਏ, ਮੈਂ ਵਡਭਾਗੀ ਜੀਵ ਹਾਂ, ਜੋ ਕੁਝ ਨਾਰਦ ਜੀ ਕਹਿ ਕੇ ਗਏ ਸੀ ਉਹ ਸਾਰਾ ਕੁਝ ਸੱਚ ਨਿਕਲਿਆ ਹੈ। ਜਦੋਂ ਭਰਥਰ ਜੋਗੀ ਦੇ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਣੇ, ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆਉਂਦੇ ਹਨ ਤੇ ਸਤਿਗੁਰੂ ਬਚਨ ਕਰਦੇ ਹਨ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਰਥਰ ਫਿਰ ਜੇ ਇੰਨੀ ਉਡੀਕ ਕੀਤੀ ਹੈ, ਜੇ ਤੂੰ ਮੈਨੂੰ ਕੁਝ ਪੁੱਛਣਾ ਚਾਹੁੰਦਾ ਸੀ ਤੇ ਹੁਣ ਅਸੀਂ ਆ ਗਏ ਹਾਂ, ਜੋ ਵੀ ਪੁੱਛਣਾ ਹੈ ਤੂੰ ਬਿਨਾਂ ਕਿਸੇ ਦੇਰੀ ਤੂੰ ਮੇਰੇ ਕੋਲੋਂ ਪੁੱਛ ਸਕਦਾ ਹੈ। ਕਹਿਣ ਲੱਗਿਆ ਹਾਂ ਮਹਾਰਾਜ ਬਹੁਤ ਦਿਨਾਂ ਤੋਂ ਆਪ ਜੀ ਦੀ ਉਡੀਕ ਕਰ ਰਿਹਾ ਸੀ, ਹੁਣ ਮੈਂ ਆਪ ਜੀ ਨੂੰ ਕੁਝ ਸਵਾਲ ਜਿਹੜੇ ਉਹ ਪੁੱਛਣੇ ਹਨ। ਇੰਨੀ ਗੱਲ ਕਹਿ ਕੇ ਭਰਥਰ ਜੋਗੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗਿਆ, ਹੇ ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀ ਮੇਰੀ ਇਸ ਬੇਨਤੀ ਨੂੰ ਸੁਣਾ ਕਰੋ। ਕਹਿੰਦਾ ਮਹਾਰਾਜ ਮੈਂ ਹੱਠ ਜੋਗ ਦੇ ਨਾਲ ਬਹੁਤ ਤਰੀਕਿਆਂ ਦੇ ਨਾਲ ਆਪਣੇ ਮਨ ਨੂੰ ਕਾਬੂ ਕਰਨ ਦਾ ਯਤਨ ਕੀਤਾ ਹੈ। ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਹੱਠ ਜੋਗ ਜਿਹਦੇ ਨਾਲ ਆਪਣੇ ਸਰੀਰ ਨੂੰ ਕਸ਼ਟ ਦੇ ਦੇ ਕੇ ਔਰ ਆਪਣੇ ਮਨ ਨੂੰ ਕਾਬੂ ਕਰਨ ਦਾ ਯਤਨ ਕੀਤਾ ਜਾਂਦਾ। ਮਹਾਰਾਜ ਦੀ ਬਾਣੀ ਇਸ ਗੱਲ ਨਾਲ ਸਹਿਮਤ ਨਹੀਂ। ਸਤਿਗੁਰੂ ਆਖਦੇ ਨੇ ਮਨ ਹੱਠ ਕਿਨੇ ਨਾ ਪਾਇਓ। ਮਹਾਰਾਜ ਕਹਿੰਦੇ ਮਨ ਹੱਠ ਕਰਕੇ ਕੋਈ ਵੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਪਰ ਭਰਥਰ ਜੋਗੀ ਸਵਾਲ ਕਰਕੇ ਪੁੱਛ ਰਿਹਾ ਸੀ, ਮਹਾਰਾਜ ਮੈਂ ਬੜੇ ਯਤਨ ਕੀਤੇ, ਬੜੇ ਤਰੀਕੇ ਵਰਤੇ ਆਪਣੇ ਮਨ ਨੂੰ ਕਾਬੂ ਕਰਨ ਵਾਸਤੇ। ਕਹਿੰਦਾ ਮਹਾਰਾਜ ਫਿਰ ਦੱਸਣਾ ਕਰੋ ਮੇਰਾ ਮਨ ਕਿਵੇਂ ਨਿਰਮਲ ਹੋ ਜਾਵੇ, ਮੇਰੇ ਜਨਮਾਂ ਜਮਾਂਤਰਾਂ ਦੇ ਲੱਗੇ ਹੋਏ ਦੁੱਖ ਸੰਕਟ ਜਿਹੜੇ ਉਹ ਕਿਵੇਂ ਕੱਟੇ ਜਾ ਸਕਦੇ ਹਨ। ਕਹਿੰਦਾ ਮਹਾਰਾਜ ਜਿੰਨਾ ਚਿਰ ਇਹ ਮਨ ਮੈਲ ਦੇ ਨਾਲ ਭਰਿਆ ਰਹੇਗਾ, ਜਿੰਨਾ ਚਿਰ ਇਹ ਮਨ ਵਿਕਾਰਾਂ ਦੇ ਨਾਲ ਭਰਿਆ ਰਹੇਗਾ, ਉਹਨਾਂ ਚਿਰ ਇਹ ਮਨ ਵਿਕਾਰਾਂ ਤੋਂ ਛੁੱਟ ਨਹੀਂ ਸਕਦਾ, ਬੰਧਨਾਂ ਤੋਂ ਛੁੱਟ ਨਹੀਂ ਸਕਦਾ। ਕਹਿੰਦਾ ਮਹਾਰਾਜ ਭਗਤੀ ਕਰਨ ਤੋਂ ਬਿਨਾਂ ਮਨ ਨਿਰਮਲ ਨਹੀਂ ਹੋ ਸਕਦਾ। ਤੁਸੀਂ ਕਿਰਪਾ ਕਰਕੇ ਕੋਈ ਵਧੀਆ ਜੀ ਚੰਗੀ ਸੌਖੀ ਵਿਧੀ ਜਿਹੜੀ ਹੈ, ਤਰੀਕਾ ਜਿਹੜਾ ਹੈ ਨਾ, ਉਹ ਤਰੀਕਾ ਮੈਨੂੰ ਸਮਝਾ ਦੇਣਾ ਕਰੋ।
ਕਹਿੰਦਾ ਮਹਾਰਾਜ ਜੋਗ ਤੋਂ ਬਿਨਾ ਬਹੁਤ ਕਠਿਨ ਹੈ ਮਨ ਨੂੰ ਕਾਬੂ ਕਰਨਾ। ਇਹ ਮਨ ਜਿਹੜਾ ਟਿਕ ਨਹੀਂ ਸਕਦਾ, ਇਸ ਕਰਕੇ ਤੁਸੀਂ ਕਿਰਪਾ ਕਰਕੇ ਦੱਸਣਾ ਕਰੋ। ਇਹ ਸੰਸੇ ਮੁਝ ਅਸ ਪ੍ਰਕਾਰੀ ਦੂਸਰ ਕਹੇ ਤੁਮਾਰੇ ਗਾਰੀ। ਕਹਿਣ ਲੱਗਿਆ ਮਹਾਰਾਜ ਪਹਿਲਾ ਤਰੀਕਾ ਹਠ ਯੋਗ ਹੈ, ਜਾਂ ਫਿਰ ਇੱਕ ਹੋਰ ਤਰੀਕਾ ਹੈ। ਉਹ ਵੀ ਮਹਾਰਾਜ ਨੂੰ ਪੁੱਛਣ ਲੱਗਿਆ ਹੈ ਭਰਥਰ ਜੋਗੀ। ਪੀ ਗਿਆਨਾ ਸਿਧ ਹੈ ਮਸਤਾਨੇ ਰਹੇ ਅਨਾਹਨ ਤੁਨ ਕਰਤਾਨੇ। ਕਹਿੰਦਾ ਮਹਾਰਾਜ ਕੁਝ ਸਿੱਧ ਲੋਕ ਜਿਹੜੇ ਹਨ ਉਹ ਸ਼ਰਾਬ ਦਾ ਪਿਆਲਾ ਪੀ ਕੇ ਮਸਤ ਹੋਏ ਰਹਿੰਦੇ ਹੈ। ਫਿਰ ਉਹ ਆਪਣੇ ਮਨ ਨੂੰ ਰੋਕਣ ਦਾ ਯਤਨ ਕਰਦੇ, ਸਮਾਧੀਆਂ ਲਾ ਕੇ ਬੈਠਦੇ। ਸਨਾਤਨ ਧਰਮ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਹੈ। ਕੁਝ ਵੈਸ਼ਨਵ ਮਤ ਨਾਲ ਸੰਬੰਧਿਤ ਹੈ, ਜਿਹੜੇ ਕਿਸੇ ਵੀ ਚੀਜ਼ ਦੇ ਲਾਗੇ ਨਹੀਂ ਜਾਂਦੇ। ਕੁਝ ਸ਼ਿਵ ਦੇ ਪੁਜਾਰੀ ਹੈ, ਜਿਹੜੇ ਸਾਰਾ ਕੁਝ ਖਾਂਦੇ ਵੀ ਹੈ, ਸ਼ਰਾਬ ਤੱਕ ਵੀ ਪੀ ਲੈਂਦੇ ਹੈ। ਉਹ ਸ਼ਿਵ ਜੀ ਨੂੰ ਆਪਣਾ ਰਹਿਬਰ ਮੰਨਦੇ ਹੈ। ਵੈਸ਼ਨਵ ਮਤ ਵਾਲੇ ਉਹਨਾਂ ਦੇ ਨੇੜੇ ਵੀ ਨਹੀਂ ਜਾਂਦੇ। ਇੱਦਾਂ ਕਰਕੇ ਧਰਮ ਇੱਕੋ ਹੀ ਹੈ। ਉਸ ਧਰਮ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਹੈ, ਔਰ ਉਹਨਾਂ ਦੇ ਵਿੱਚ ਇੱਕ ਇਹ ਵੀ ਲੋਕ ਹੈ ਜਿਹੜੇ ਸ਼ਰਾਬ ਪੀ ਕੇ, ਪਾਪ ਪਿਆਲਾ ਪੀ ਕੇ ਤੇ ਕਹਿੰਦੇ ਹੁਣ ਅਸੀਂ ਆਪਣੇ ਮਨ ਨੂੰ ਕਾਬੂ ਕਰਨਾ। ਭਰਥਰ ਜੋਗੀ ਪੁੱਛਣ ਲੱਗਿਆ ਮਹਾਰਾਜ ਤੁਸੀਂ ਮੈਨੂੰ ਹੁਕਮ ਕਰਕੇ ਦੱਸਣਾ ਕਰੋ ਕਿ ਕਿਵੇਂ ਹੋ ਸਕਦਾ ਹੈ ਇਹ ਜਿਹੜੇ ਲੋਕ ਐਵੇਂ ਮਸਤ ਹੋਣਾ ਚਾਹੁੰਦੇ ਨੇ, ਤੁਸੀਂ ਉਹਨਾਂ ਬਾਰੇ ਵੀ ਦੱਸਣਾ ਕਰੋ। ਕਹਿੰਦਾ ਮਹਾਰਾਜ ਕੀ ਇੱਕ ਪਿਆਲਾ ਪੀਣ ਦੇ ਨਾਲ ਦਿਨ ਰਾਤ ਮਸਤ ਹੋ ਕੇ ਲਿਵ ਲੱਗੀ ਰਹਿ ਸਕਦੀ ਹੈ? ਤੁਸੀਂ ਕਿਰਪਾ ਕਰਕੇ ਸਮਝਾਉਣਾ ਕਰੋ। ਕਹਿਣ ਲੱਗਿਆ ਮਹਾਰਾਜ ਕਿਵੇਂ ਭਗਤੀ ਦੇ ਨਾਲ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾ ਸਕਦਾ ਹੈ ਬੰਦਾ? ਕਿਵੇਂ ਪਰਮਾਤਮਾ ਨਾਲ ਲਿਵ ਜੁੜ ਸਕਦੀ ਹੈ? ਕਿਰਪਾ ਕਰਕੇ ਮੈਨੂੰ ਸਮਝਾਉਣਾ ਕਰੋ। ਕਹਿੰਦਾ ਮਹਾਰਾਜ ਕਿਵੇਂ ਮਨ ਵਿੱਚ ਵੈਰਾਗ ਪੈਦਾ ਹੋ ਜਾਵੇ, ਕਿਵੇਂ ਪਰਮਾਤਮਾ ਪਤੀ ਦੇ ਨਾਲ ਪ੍ਰੇਮ ਪੈਦਾ ਹੋ ਜਾਵੇ, ਕਿਰਪਾ ਕਰਕੇ ਮੈਨੂੰ ਜਿਹੜਾ ਉਹ ਸਮਝਾਉਣਾ ਕਰੋ, ਉਹਦਾ ਤਰੀਕਾ ਜਿਹੜਾ ਦੱਸਣਾ ਕਰੋ। ਕਹਿੰਦਾ ਮਹਾਰਾਜ ਇਹ ਕੁਝ ਸ਼ੰਕੇ ਨੇ ਮੇਰੇ ਮਨ ਦੇ, ਕਿਰਪਾ ਕਰਕੇ ਇਹਨਾਂ ਸ਼ੰਕਿਆਂ ਨੂੰ ਤੁਸੀਂ ਦੂਰ ਕਰਨਾ ਕਰੋ। ਨਾਰਦ ਜੀ ਨੇ ਵੀ ਮੈਨੂੰ ਕਿਹਾ ਸੀ ਕਿ ਇਹ ਸ਼ੰਕੇ ਕੇਵਲ ਗੁਰੂ ਨਾਨਕ ਸਾਹਿਬ ਹੀ ਦੂਰ ਕਰ ਸਕਦੇ ਹਨ। ਜੋ ਮੈਂ ਕਹੇ ਤੁਮਾਰੇ ਗਾਰੀ ਉੱਤਰ ਦੀਜੇ ਹਿਰਦੇ ਵਿਚਾਰੀ। ਕਹਿਣ ਲੱਗਿਆ ਮਹਾਰਾਜ ਕਿਰਪਾ ਕਰਕੇ ਮੈਨੂੰ ਵਿਚਾਰ ਕੇ ਇਹਨਾਂ ਗੱਲਾਂ ਦਾ ਜਵਾਬ ਦੇਣਾ ਕਰੋ ਜਿਹੜੇ ਸਵਾਲ ਮੈਂ ਆਪ ਜੀ ਨੂੰ ਪੁੱਛਦਾ ਪਿਆ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਗੁਣਾਂ ਦੇ ਖਜ਼ਾਨੇ ਹਨ, ਕਹਿਣ ਲੱਗੇ ਕਹਿੰਦੇ ਭਰਥਰ ਜੋਗੀ ਸੁਣਨਾ ਕਰ ਮੈਂ ਤੈਨੂੰ ਜਵਾਬ ਦਿੰਦਾ ਹਾਂ। ਸਤਿਗੁਰੂ ਕਹਿਣ ਲੱਗੇ ਭਰਥਰ ਜੋਗੀ ਸੱਚੀ ਗੱਲ ਹੈ, ਇਹ ਮਨ ਜਿਹੜਾ ਹੈ ਭਗਤੀ ਤੋਂ ਬਿਨਾਂ ਨਿਰਮਲ ਨਹੀਂ ਹੋ ਸਕਦਾ। ਇਹ ਮਨ ਨਿਰਮਲ ਤਾਂ ਹੀ ਹੁੰਦਾ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੀਤੀ ਜਾਵੇ। ਸਤਿਗੁਰੂ ਕਹਿਣ ਲੱਗੇ ਤਾਂ ਹੀ ਮਨ ਨਿਰਮਲ ਹੋ ਸਕਦਾ ਹੈ ਜਦੋਂ ਮਨੁੱਖ ਭਗਤੀ ਕਰਦਾ ਹੈ। ਭਗਤੀ ਦੇ ਨਾਲ ਮਨ ਜਿਹੜਾ ਹੈ ਨਾ ਉਹ ਚੰਗੀ ਤਰ੍ਹਾਂ ਨਿਰਮਲ ਹੋ ਜਾਂਦਾ, ਮੈਲ ਜਿਹੜੀ ਉਹ ਕੱਟੀ ਜਾਂਦੀ ਹੈ। ਕਹਿਣ ਲੱਗਿਆ ਕਿ ਸੱਚ ਇਹ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੋ ਸਮਝਦਾਰ ਲੋਕ ਹੈ ਨਾ ਉਹ ਮੁਕਤੀ ਪ੍ਰਾਪਤ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਕਰਦੇ ਨੇ। ਇਸ ਪ੍ਰਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ